ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਜਾਂ ਵੀ ਨੀ ਸੁਣ, ਜਾਂ ਵੀ ਨੀ ਵਾਏ, ਨੀ ਤੂੰ ਛਮ ਛਮ ਕਰਦੀ ਜਾਵੀਂ ਨੀ, ਜਿਹੜਾ ਸਾਡਾ ਹਾਲ ਵੇਖਿਆ, ਮੇਰੇ ਮਾਹੀ ਨੂੰ ਜਾ ਸੁਣਾਵੀਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਯਾਰੜੇ ਦਾ ਸਾਨੂੰ ਸਤਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਮੇਰੇ ਬਾਜਾਂ ਵਾਲੇ, ਮੇਰੇ ਕਲਗੀਆਂ ਵਾਲੇ ਸ਼ਹਿਨशाह, ਕਦੋਂ ਤੂੰ ਦਰਸ਼ ਵਿਖਾਵੇਂਗਾ। ਮੇਰੇ ਬਾਜਾਂ ਵਾਲੇ ਸ਼ਹਿਨशाह, ਕਦੋਂ ਤੂੰ ਦਰਸ਼ ਵਿਖਾਵੇਂਗਾ। ਤੇਰੇ ਦੀਦ ਦੀ ਆਸ ਰੱਖੀ, ਤੂੰ ਕਦੋਂ ਤਰੀਕਾਂ ਪਾਵੇਂਗਾ। ਮੇਰੇ ਬਾਜਾਂ ਵਾਲੇ, ਮੇਰੇ ਕਲਗੀਆਂ ਵਾਲੇ ਸ਼ਹਿਨशाह, ਕਦੋਂ ਤੂੰ ਦਰਸ਼ ਵਿਖਾਵੇਂਗਾ। ਜ਼ਾਹਰਾ ਜ਼ਹੂਰ। ਚੌਵਨ ਸ਼ਤਨ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਕੋਈ ਵੀ ਵਿਚਾਰ ਦੀ ਰਮਤਾ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਦੋਨੇ ਹੱਥ ਜੋੜੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਾਜਾਂ ਵਾਲੇ ਸ਼ਹਿਨशाह, ਕਦੋਂ ਤੂੰ ਦਰਸ ਦਿਖਾਵੇਂਗਾ। ਅੱਜ ਬੜੇ ਪਾਵਨ ਦਿਹਾੜੇ ਮਨਾਉਣ ਲਈ ਆਪਾਂ ਸਾਰੇ ਇਕੱਤਰ ਹੋਏ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਅੰਦਰ। ਇੱਕ ਜਿਹੜਾ ਅੱਜ ਸੰਗਰਾਂਦ ਦਾ ਪਾਵਨ ਦਿਹਾੜਾ ਚੜਿਆ, ਮੱਘਣ ਮਹੀਨੇ ਦੀ ਸ਼ੁਰੂਆਤ ਹੋਈ ਹੈ, ਮਾਘ ਮਹੀਨੇ ਦੀ। ਇਸ ਦਿਨ ਦੇ ਇਤਿਹਾਸ ਨੂੰ ਵਿਚਾਰੀਏ ਤਾਂ ਜੁੜਦਾ ਹੈ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ। ਤੇ ਦੂਸਰੇ ਬੰਨੇ ਅਸੀਂ ਇਕੱਤਰ ਹੋਏ ਹਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ, ਉਹਨਾਂ ਨੂੰ ਸਿਜਦੇ ਕਰਨ ਲਈ। ਉਹ ਜਿਹੜੀ ਇਸ ਯਾਦ ਦੱਸ ਕੇ ਗਏ ਨੇ ਸਾਨੂੰ ਜ਼ਿੰਦਗੀ ਜਿਉਣ ਦੀ, ਜਿਹੜਾ ਜੀਵਨ ਗੁਜ਼ਾਰ ਕੇ ਗਏ ਨੇ, ਗਏ ਕਿਤੇ ਨਹੀਂ ਨੇ, ਸਾਡੇ ਕੋਲ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਬਿਰਾਜਮਾਨ ਨੇ, ਸੰਗਤ ਦੇ ਵਿੱਚ ਮੌਜੂਦ ਨੇ। ਸੋ ਉਹਨਾਂ ਦੀ ਯਾਦ ਦੇ ਨਾਲ ਨਾਲ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਨੂੰ ਵੀ ਵਿਚਾਰਨਾ ਹੈ। ਕਿਉਂਕਿ ਦੇਖੋ, ਇਤਿਹਾਸ ਗੁਰਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਗੁਰਸਿੱਖੀ ਦੀ ਆਤਮਾ ਹੈ। ਜਿੱਥੇ ਇੱਕ ਸਿੱਖ ਨੇ ਗੁਰਬਾਣੀ ਦਾ ਵਿਚਾਰਨੀ ਹੈ, ਗੁਰਬਾਣੀ ਪੜ੍ਹਨੀ ਵੀ ਹੈ, ਗੁਰਬਾਣੀ ਸੁਣਨੀ ਵੀ ਆ, ਆਪਾਂ ਨਾਲ ਨਾਲ ਇਤਿਹਾਸ ਨੂੰ ਵੀ ਵਿਚਾਰਨਾ ਹੈ। ਸੋ ਸਾਧ ਸੰਗਤ ਜੀ, ਇਹ ਜੋ ਮਹੀਨੇ ਚੱਲਦੇ ਪਏ ਨੇ ਦਸੰਬਰ ਜਨਵਰੀ, ਆਪਾਂ ਪਿੱਛੇ ਸਾਕਾ ਸਰਹੰਦ ਸਫਰ ਸ਼ਹਾਦਤ ਮਨਾ ਕੇ ਆਏ ਹਾਂ। ਸਿਜਦੇ ਹੁੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਨੂੰ, ਸਿਰ ਝੁਕਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੱਗੇ ਕਿ ਅਸੀਂ ਉਸ ਕੌਮ ਦਾ ਪਾਰਟ ਆ ਜਿਹੜੀ ਦੁਨੀਆ ਦੇ ਉੱਤੇ ਜਿਹਦੇ ਅੱਜ ਤੱਕ ਕੋਈ ਬਰਾਬਰ ਖੜਾ ਨਹੀਂ ਹੋ ਸਕਿਆ।
ਵਿਚਾਰ ਕਰਦੀਆਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਦੇਖੋ ਸਮਾਂ ਜਿੰਨਾ ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਆ, ਕੋਸ਼ਿਸ਼ ਕਰਾਂਗੇ ਉਸ ਸਮੇਂ ਦੇ ਵਿੱਚ ਰਹਿ ਕੇ ਵਿਚਾਰ ਕਰਨ ਦੀ। ਪਰ ਇੱਕ ਸਾਧ ਸੰਗਤ ਇਤਿਹਾਸ ਇੰਨਾ ਵਿਸ਼ਾਲ ਅਤੇ ਵਿਲੱਖਣ ਹੈ ਕਿ ਮੇਰੇ ਵਰਗੇ ਲੱਖਾਂ ਰਾਗੀ ਢਾਡੀ ਪ੍ਰਚਾਰਕ ਚਾਹੇ ਵਿਚਾਰ ਦੇ ਨਾਲ ਇਤਿਹਾਸ ਕਦੇ ਵੀ ਨਾ ਖਤਮ ਹੋਣ ਵਾਲੀ ਚੀਜ਼ ਐਸੀ ਦਾਤ ਹੈ। ਵਿਚਾਰ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੀ। ਇੱਕ ਕਵੀਸ਼ਰੀ ਦੇ ਰਾਹੀਂ, ਇੱਕ ਕਵੀਸ਼ਰ ਦੀ ਕਲਮ ਨੇ ਸਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਨੂੰ ਕੋਸ਼ਿਸ਼ ਕੀਤੀ ਹੈ। ਉਸ ਕਵੀਸ਼ਰੀ ਦੇ ਰਾਹੀਂ ਉਹਨਾਂ ਨੂੰ ਸਿਜਦੇ ਕਰਨ ਦੀ, ਉਹਨਾਂ ਨੂੰ ਨਮਸਕਾਰ ਕਰਨ ਦੀ ਵੀ ਕਿੱਦਾਂ ਦਾ ਜ਼ਿੰਦਗੀ ਜੀਣੀ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੇ ਕਿੱਦਾਂ ਦੀ ਗਏ ਨੇ। ਹੁਣ ਵਿਚਾਰ ਕਰਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੀ। ਮਾਤਾ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਧੰਨ ਮਾਤਾ ਗੁਜਰ ਕੌਰ ਜੀ। ਪਿਤਾ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਜਿਨ੍ਹਾਂ ਦੇ ਖੂਨ ਤੋਂ, ਜਿਨ੍ਹਾਂ ਦੀ ਬੰਦਗੀ ਤੋਂ ਪੈਦਾ ਹੋਏ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਵਿਚਾਰ ਕਰਦੇ ਹਾਂ ਆਪਾਂ, ਬੇਸ਼ੱਕ ਬਹੁਤ ਇਤਿਹਾਸ ਸੁਣਿਆ ਹੈ, ਹੁਣ ਤੱਕ 4 ਸਾਹਿਬਜ਼ਾਦੇ ਫਿਲਮ ਵੀ ਆਪਾਂ ਨੇ ਦੇਖੀ ਹੋਊਗੀ, ਬੜਾ ਸੁਣਿਆ ਇਤਿਹਾਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦਾ। ਪਰ ਗੱਲ ਇਕੱਲੀ ਸੁਣਨ ਦੀ ਨਹੀਂ ਹੈ, ਗੱਲ ਆਪਾਂ ਇੱਥੇ ਕਰਨੀ ਹੈ ਮੰਨਣ ਦੀ ਕਿ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਸਾਨੂੰ ਕਿਹੜੀ ਚੀਜ਼ ਸਿੱਖਣ ਨੂੰ ਮਿਲਦੀ ਹੈ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਵਿਚਾਰਨਾ ਕਿੱਦਾਂ ਹੈ। 9 ਸਾਲ ਦੀ ਉਮਰ ਹੁੰਦੀ ਹੈ, ਪਿਤਾ ਨੂੰ ਤੋਰਦੇ ਨੇ ਦਿੱਲੀ ਵੱਲ ਨੂੰ ਸੀਸ ਦੇਣ ਲਈ। ਸੋਚ ਕੇ ਦੇਖੋ ਸਮਾਂ ਵੀ 9 ਸਾਲ ਦੀ ਉਮਰ ਹੈ, ਅਜੇ ਪਿਓ ਦੀ ਗੋਦੀ ਦਾ ਨਿੱਘ ਨਹੀਂ ਮਾਣਿਆ ਤੇ ਪਿਤਾ ਜੀ ਨੂੰ ਤੋਰ ਦਿੰਦੇ ਨੇ, ਪਿਤਾ ਜੀ ਜਾਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਪਰਖ ਲਈ ਪੁੱਛਦੇ ਨੇ ਕਿ ਇਸ ਟਾਈਮ ਅਗਰ ਜੇ ਕੋਈ ਮਹਾਨ ਵਿਦਵਾਨ, ਜਦੋਂ ਕਸ਼ਮੀਰੀ ਪੰਡਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੱਗੇ ਆ ਕੇ ਫਰਿਆਦਾਂ ਕਰਦੇ ਸੀ ਵੀ ਇਸ ਟਾਈਮ ਅਗਰ ਕੋਈ ਮਹਾਨ ਪੁਰਖ ਸਾਡੇ ਸਿਰ ਤੇ ਹੱਥ ਰੱਖ ਕੇ ਸਾਡੀ ਲੱਥ ਦੀ ਹੋਈ ਪੱਤ ਨੂੰ ਬਚਾ ਸਕਦਾ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਦਾਨੀ ਕੋਈ ਨਹੀਂ, ਤੁਹਾਡੇ ਤੋਂ ਵੱਡਾ ਬਲਦਾਨੀ ਕੋਈ ਨਹੀਂ ਜਿਹੜਾ ਇਸ ਰੁੜਦੀ ਹੋਈ ਹਿੰਦ ਨੂੰ ਬਚਾ ਲਵੇ। ਅੱਜ ਜਿਹੜੇ ਹਿੰਦੂ ਸ਼ਿਵਾਲਿਆਂ ਦੇ ਅੰਦਰ, ਹਿੰਦੂ ਮੰਦਿਰਾਂ ਦੇ ਅੰਦਰ ਜਿਹੜੇ ਛੈਣੇ ਵੱਜਦੇ ਨੇ, ਜਿਹੜਾ ਇਹ ਤਿਲਕ ਹੈ ਕੋਈ ਆਮ ਤਿਲਕ ਨਹੀਂ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਖੂਨ ਦਾ ਬਲੀਦਾਨ ਦਾ ਤਿਲਕ ਹੈ। ਤੇ ਐਦਾਂ ਦੀ ਰਾਖੀ ਕਰਕੇ ਗਏ ਸੀ ਵੀ ਰਹਿੰਦੀ ਦੁਨੀਆ ਤੱਕ ਹਿੰਦੂ ਧਰਮ ਨੂੰ ਕੋਈ ਆਂਚ ਨਹੀਂ ਆ ਸਕਦੀ। ਵਿਚਾਰ ਕਰਦੇ ਥੋੜਾ ਅੱਗੇ ਸਮਾਂ ਹੁੰਦਾ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਸੀਸ ਲੈ ਕੇ ਆਉਂਦੇ ਨੇ ਭਾਈ ਜੈਤਾ ਜੀ। ਪੁੱਛਦੇ ਨੇ ਭਾਈ ਜੈਤਿਆ, ਜਦੋਂ ਮੇਰੇ ਪਿਤਾ ਦਾ ਸੀਸ ਧੜ ਨਾਲੋਂ ਅਲੱਗ ਕੀਤਾ ਗਿਆ ਕਿ ਉੱਥੇ ਕੋਈ ਸਿੱਖ ਨਹੀਂ ਸੀ? ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੇ ਰੋਕਿਆ ਨਹੀਂ, ਕਿਸੇ ਨੇ ਹੁਲਾਰਾ ਨਹੀਂ ਦਿੱਤਾ ਵੀ ਇਹ ਜੋ ਹੋ ਰਿਹਾ ਨਹੀਂ ਹੋਣਾ ਚਾਹੀਦਾ। ਭਾਈ ਜੈਤੇ ਦਾ ਜਵਾਬ ਸੀ, ਪਿਤਾ ਜੀ ਇਕੱਠ ਤਾਂ ਬਹੁਤ ਸੀ, ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ, ਪਰ ਮੈਨੂੰ ਪਛਾਣ ਨਹੀਂ ਸੀ ਹੁੰਦੀ ਵੀ ਕਿਹੜਾ ਤੁਹਾਡਾ ਸਿੱਖ ਹੈ ਤੇ ਕਿਹੜਾ ਤੁਹਾਡਾ ਸਿੱਖ ਨਹੀਂ ਹੈ। ਬਚਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਐਸਾ ਖਾਲਸਾ ਸਾਜ ਦਿਆਂਗਾ, ਜਾਣਨ ਦੀ ਲੋੜ ਨਹੀਂ ਪਊਗੀ, ਐਸਾ ਖਾਲਸਾ ਸਾਜ ਦਿਆਂਗਾ ਜਿਹਨੂੰ ਆਪਣੀ ਪਹਿਚਾਣ ਦੇਣ ਦੀ, ਕੋਈ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਪਊਗੀ, ਜਿਹੜੇ ਪਹਿਰਾਵੇ ਤੋਂ ਹੀ ਪਤਾ ਲੱਗ ਜਾਏਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖਾਲਸਾ ਆ ਰਿਹਾ। ਇਹ ਪਹਿਰਾਵੇ ਦਿੱਤੇ ਨੇ ਤੁਹਾਨੂੰ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਇਹ ਇਕੱਲੀ ਨਾਂ ਦੀ ਸਿੱਖੀ ਨਹੀਂ ਹੈ, ਇਹ ਪਹਿਰਾਵਿਆਂ ਦੇ ਪਿੱਛੇ, ਇਸ ਨਾਮ ਜਿਹੜੇ ਪਿੱਛੇ ਸੀ ਦਿੱਤੇ ਨੇ ਸਿੰਘ ਤੇ ਕੌਰ, ਇਹਨਾਂ ਪਿੱਛੇ ਖਾਸੀਅਤ ਕੀ ਹੈ ਸਮਝੀਏ ਇਹਨਾਂ ਚੀਜ਼ਾਂ ਨੂੰ। ਸੋ ਸਮੇਂ ਦੇ ਨਾਲ ਨਾਲ ਵਿਚਾਰ ਮੈਂ ਮੇਨ ਹੀ ਕਰਨੀ ਹੈ ਵੀ ਸਿੱਖਣ ਨੂੰ ਕੀ ਮਿਲਦਾ ਹੈ। ਹੁਣ ਅੱਗੇ ਸਮਾਂ ਆਉਂਦਾ ਹੈ ਖਾਲਸਾ ਜਿਸ ਦਿਨ ਸਾਜਦੇ ਨੇ, ਜਿਹੜੇ 5 ਪਿਆਰੇ ਸਾਜੇ ਉਸ ਕੋਈ ਸਿੱਖ ਧਰਮ ਤੋਂ ਨਹੀਂ ਸੀ, ਕੋਈ ਉੱਚੀ ਜਾਤ ਦੇ ਨਹੀਂ ਸੀ, ਨੀਵੀਂ ਜਾਤਾਂ ਦੇ ਵਿੱਚੋਂ ਚੁੱਕ ਕੇ ਉਹਨਾਂ ਨੂੰ ਇੱਕ ਨਾਮ ਦਿੱਤਾ, ਇੱਕ ਬਾਟੇ ਦੇ ਵਿੱਚ ਅੰਮ੍ਰਿਤ ਦੀ ਦਾਤ ਦੇ ਕੇ ਉਹਨਾਂ ਨੂੰ ਨਾਮ ਮਗਰ ਸਿੰਘ ਲਗਾ ਕੇ ਇੱਕ ਐਸਾ ਖਾਲਸਾ ਤਿਆਰ ਕਰ ਦਿੱਤਾ ਜਿਹਦਾ ਰਹਿੰਦੀ ਦੁਨੀਆ ਤੱਕ ਕੋਈ ਮੇਟ ਨਹੀਂ ਸਕਦਾ, ਜਿਹੜਾ ਜਾਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਸੀ ਜਿਹਨੇ। ਹੁਣ 5 ਪਿਆਰੇ ਅਲੱਗ-ਅਲੱਗ ਜਾਤਾਂ ਦੇ ਸਾਜਣ ਦਾ ਮਤਲਬ ਕੀ ਸੀ ਵੀ ਆਉਣ ਵਾਲਾ ਜਿਹੜਾ ਮੇਰੀ ਪੀੜ੍ਹੀਆਂ ਨੇ, ਆਉਣ ਵਾਲੀ ਜਿਹੜੀ ਸਿੱਖ ਪੀੜ੍ਹੀ ਹੋਣੀ ਆ, ਜਿਹੜਾ ਯੂਥ ਹੋਣਾ ਵਾ, ਉਹਨਾਂ ਦੇ ਮਨਾਂ ਦੇ ਵਿੱਚੋਂ ਇੱਕ ਚੀਜ਼ ਮਿਟਾਉਣੀ ਚਾਹੀ ਵੀ ਆਪਣੇ ਨਾਵਾਂ ਦੇ ਮਗਰ ਜਾਤਾਂ ਪਾਤਾਂ ਨਾ ਲਾਉਣ। ਅੱਜ ਦੇਖਦੇ ਹਾਂ ਕੋਈ ਕਾਲੋ ਹੈ, ਕੋਈ ਰੰਧਾਵਾ ਹੈ, ਕੋਈ ਕੁਛ ਹੈ, ਕੋਈ ਕੁਛ ਹੈ, ਕੋਈ ਟੋਨੀ ਮੋਨੀ, ਪਰ ਸਮਝੀਏ ਇਹਨਾਂ ਨਾਵਾਂ ਨੂੰ। ਪੁਰਾਣੇ ਸਮੇਂ 'ਚ ਜਿਹੜੇ ਸਿੱਖ ਹੁੰਦੇ ਸੀ ਨਾ, ਉਹਨਾਂ ਦੇ ਨਾਂ ਇੰਨੇ ਚੜ੍ਹਦੀ ਕਲਾ ਵਾਲੇ ਹੁੰਦੇ ਸੀ ਨਾ ਵੀ ਨਾਂ ਲੈਂਦਿਆਂ ਸਾਰੀ ਸਰੀਰ 'ਚ ਜੋਸ਼ ਜਿਹਾ ਆ ਜਾਂਦਾ ਹੁੰਦਾ ਸੀ। ਪਰ ਅੱਜ ਬੀਬੀਆਂ ਨੇ, ਕੁੜੀਆਂ ਨੇ ਨਾਵਾਂ ਮਗਰੋਂ ਕੌਰ ਹਟਾ ਲਏ, ਬੱਚਿਆਂ ਨੇ, ਵੀਰਾਂ ਨੇ ਨਾਵਾਂ ਮਗਰੋਂ ਸਿੰਘ ਹਟਾ ਲਏ। ਇਹਨਾਂ ਦੀ ਮਹਾਨਤਾ ਸਮਝੋ ਵੀ ਇਹ ਨਾਂ ਸਾਨੂੰ, ਇਹ ਦਾਤਾਂ ਐਵੇਂ ਨਹੀਂ ਮਿਲੀਆਂ ਸਿੰਘ ਤੇ ਕੌਰ। ਸਿੰਘ ਦਾ ਮਤਲਬ ਸ਼ੇਰ ਤੇ ਕੌਰ ਦਾ ਮਤਲਬ ਰਾਜਕੁਮਾਰੀ। ਸਾਨੂੰ ਆਪਣੇ ਧੀਆਂ ਬਣਾ ਕੇ ਰੱਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਆਪਣੇ ਰਾਜਕੁਮਾਰੀ ਬਣਾਇਆ ਇਹਨਾਂ, ਕਿਉਂਕਿ ਉਸ ਸਮੇਂ ਦੇ ਵਿੱਚ ਔਰਤ ਜਾਤ ਨੂੰ ਬਹੁਤ ਨੀਵਾਂ ਮੰਨਿਆ ਜਾਂਦਾ ਸੀ, ਜਿਹਨੂੰ ਉੱਪਰ ਚੁੱਕ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਰਾਬਰਤਾ ਦਾ ਹੁਕਮ ਦਿੱਤਾ ਹੈ। ਹੁਣ ਖਾਲਸਾ ਸਾਜਣ ਤੋਂ ਬਾਅਦ ਜੋ ਭੀੜਾਂ
ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੇ ਪਈਆਂ ਆਪਾਂ ਨੂੰ ਪਤਾ ਹੈ ਵੀ ਕਿੱਦਾਂ ਮਾਛੀਵਾੜੇ ਦੇ ਜੰਗਲਾਂ 'ਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹ ਰਾਤਾਂ ਕੱਟੀਆਂ, ਕਿੱਦਾਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਆਪਣੇ ਵੱਡੇ ਸਾਹਿਬਜ਼ਾਦੇ ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਕਰਾ ਕੇ, ਜਦੋਂ ਬਾਬਾ ਅਜੀਤ ਸਿੰਘ ਦੇ ਜਿਗਰ ਦੇ ਅੰਦਰ ਤੀਰ ਖੁੱਭਦੇ ਸੀ, ਦੁਨੀਆ ਦੇ ਐਸਾ ਕੋਈ ਪਿਓ ਨਹੀਂ ਅੱਜ ਤੱਕ ਲੱਭਿਆ ਨਾ ਲੱਭ ਸਕਦਾ ਹੈ ਜਿਹਨੇ ਆਪਣੇ ਪੁੱਤਰ ਦੀ ਛਾਤੀ ਦੇ ਵਿੱਚ ਤੀਰ ਵੱਜੇ ਨੇ ਦੇਖ ਕੇ ਜਕਾਰੇ ਛੱਡੇ ਹੋਣ। ਉਹ ਨੇ ਸਾਡੇ ਪਿਓ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਦੁਨੀਆ ਤੇ ਐਸਾ ਕੋਈ ਪਿਓ ਨਹੀਂ ਲੱਭੂਗਾ ਜਿਨੇ ਧੰਨ ਗੁਰੂ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਤੋਲਦੇ ਨੇ ਬਾਬਾ ਜੁਝਾਰ ਸਿੰਘ ਨੂੰ ਵੀ ਵੱਡਾ ਵੀਰ ਸ਼ਹੀਦ ਹੋ ਗਿਆ, ਹੁਣ ਤੇਰੀ ਵਾਰੀ ਹੈ। ਉਹ ਸਮੇਂ ਚਮਕੌਰ ਦਾ ਆਪਾਂ ਇਤਿਹਾਸ ਸੁਣਿਆ ਹੈ, ਚਮਕੌਰ ਸਾਹਿਬ ਦੀ ਧਰਤੀ ਦਾ, ਵੀ ਕਿਵੇਂ ਵੱਡੇ ਸਾਹਿਬਜ਼ਾਦਿਆਂ ਨੇ ਉੱਥੇ ਸ਼ਹਾਦਤ ਪਾਈ ਆ। ਉਸ ਤੋਂ ਬਾਅਦ ਸਮਾਂ ਆਉਂਦਾ ਹੈ ਸਫਰ ਸ਼ਹਾਦਤ ਸਾਕਾ ਸਰਹੰਦ ਫਤਿਹਗੜ੍ਹ ਸਾਹਿਬ, ਜਿਹੜਾ ਕਿ ਸਿੱਖ ਕੌਮ ਨੇ ਬੜੇ ਪਿਆਰ ਤੇ ਸ਼ਰਧਾ ਨਾਲ ਮਨਾ ਕੇ ਆਏ ਨੇ ਸਾਰੇ। ਹੁਣ ਜਦੋਂ ਉਸ ਸਥਾਨ ਤੇ ਜਾਂਦੇ ਆ ਨਾ ਫਤਿਹਗੜ੍ਹ ਸਾਹਿਬ ਦੀ, ਉੱਥੋਂ ਦੀ ਅੱਜ ਵੀ ਉੱਥੋਂ ਦੇ ਇਨਵਾਇਰਨਮੈਂਟ ਦੇ ਵਿੱਚ ਉਹ ਚੀਜ਼ ਜੇ ਫੀਲ ਕਰ ਲਈਏ, ਮਹਿਸੂਸ ਕਰ ਲਈਏ ਤਾਂ ਬਹੁਤ ਵੱਖਰੀ ਹੈ। ਇੱਕ ਵੱਖਰੀ ਜਾ ਕੇ ਇੱਕ ਭਾਵਨਾ ਆਉਂਦੀ ਹੈ ਮਨ ਦੇ ਅੰਦਰ ਵੀ ਉਹ ਸਥਾਨ ਹੈ ਜਿੱਥੇ 7 ਤੇ 9 ਸਾਲ ਦੀਆਂ ਜਿੰਦਾਂ ਨੇ ਇਸ ਧਰਮ ਦੀ ਖਾਤਰ, ਇਸ ਗੁਰਸਿੱਖੀ ਦੀ ਖਾਤਰ, ਆਪਣੇ ਪਿਓ ਦੀ ਤੇ ਦਾਦੇ ਪੜਦਾਦੇ ਦੀ ਆਨ ਬਾਨ ਸ਼ਾਨ ਦੀ ਖਾਤਰ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ। ਹੁਣ ਆਓ ਦੇਖਦੇ ਹਾਂ ਇੱਕ ਕਵੀਸ਼ਰ ਦੀ ਕਲਮ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿੱਦਾਂ ਸਿਜਦੇ ਕਰਦੀ ਆ, ਕਿੱਦਾਂ ਨਮਸਕਾਰ ਕਰਦੀ ਆ। ਆਓ ਸੁਣਦੇ ਹਾਂ। ਪਟਣੇ ਦੀ ਧਰਤੀ ਨੂੰ ਜਿਸਨੇ ਭਾਗ ਆਣ ਕੇ ਲਾਇਆ, ਇਹ ਰੂਪ ਹੈ ਅੱਲਾ ਦਾ ਆ ਕੇ ਭੀਖਮ ਸ਼ਾਹ ਫਰਮਾਇਆ। ਇਹ ਰੂਪ ਹੈ ਅੱਲਾ ਦਾ ਆ ਕੇ ਭੀਖਮ ਸ਼ਾਹ ਫਰਮਾਇਆ। ਉਹ ਖੁਸ਼ਦਾਦੀ ਨਾਨਕੀ ਜੀ ਜਾਵੇ ਪੋਤੇ ਤੋਂ ਬਲਿਹਾਰੀ, ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਸ਼ਿਵਦੱਤ ਨੇ ਆਖਿਆ ਜਾ ਬਣ ਕੇ ਰੂਪ ਕ੍ਰਿਸ਼ਨ ਦਾ ਆਵੋ। ਹੇ ਬਾਲਾ ਪ੍ਰੀਤਮ ਜੀ ਮੈਨੂੰ ਆ ਕੇ ਦਰਸ਼ ਵਿਖਾਵੋ। ਹੇ ਬਾਲਾ ਪ੍ਰੀਤਮ ਜੀ ਮੈਨੂੰ ਆ ਕੇ ਦਰਸ਼ ਵਿਖਾਵੋ। ਮਾਤਾ ਜੀ ਆ ਗਿਆ ਮੈਂ ਮਨ ਨੂੰ ਪਾਉਂਦੀ ਸੂਰਤ ਪਿਆਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਜਦ ਰਾਣੀ ਮੈਣੀ ਨੇ ਤਲ ਕੇ ਰੱਖੇ ਪੂਰੀਆਂ ਛੋਲੇ, ਗੱਲ ਦਿਲ ਦੀ ਚੱਟ ਪੁਗੀ ਪਹੁੰਚੇ ਜਾ ਰਾਣੀ ਦੇ ਕੋਲੇ। ਗੱਲ ਦਿਲ ਦੀ ਚੱਟ ਪੁਗੀ ਪਹੁੰਚੇ ਜਾ ਰਾਣੀ ਦੇ ਕੋਲੇ। ਉਹ ਫੜ ਕੇ ਮੋਢਿਆਂ ਤੋਂ ਗੁਰਾਂ ਨੇ ਵਾਜ ਪੰਡਤ ਨੂੰ ਮਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਮਨ ਹੁਕਮ ਜਾ ਬਾਪੂ ਦਾ ਇੱਥੋਂ ਚੱਲ ਅਨੰਦਪੁਰ ਆਏ। ਸਤਿਗੁਰੂ ਦੇ ਚਰਨਾਂ ਨੂੰ ਮਾਤਾ ਗੁਜਰੀ ਨੇ ਹੱਥ ਲਾਏ। ਸਤਿਗੁਰੂ ਦੇ ਚਰਨਾਂ ਨੂੰ ਮਾਤਾ ਗੁਜਰੀ ਨੇ ਹੱਥ ਲਾਏ। ਉਹ ਫੜ ਕੇ ਮੋਢਿਆਂ ਤੋਂ ਗੁਰਾਂ ਨੇ ਵਾਜ ਪੰਡਤ ਨੂੰ ਮਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਕਸ਼ਮੀਰੀ ਪੰਡਤਾਂ ਨੇ
ਜਦ ਕਰੀਆਂ ਅਰਦਾਸਾਂ, ਅੱਤ ਚੁੱਕ ਲਈ ਜ਼ਾਬਰ ਨੇ, ਹੁਣ ਨਹੀਂ ਸੂਤ ਆਉਂਦੀਆਂ ਰਾਸਾਂ। ਅੱਤ ਚੁੱਕ ਲਈ ਜ਼ਾਬਰ ਨੇ, ਹੁਣ ਨਹੀਂ ਸੂਤ ਆਉਂਦੀਆਂ ਰਾਸਾਂ। ਉਹ ਪੁੱਤ ਜਿਸ ਦਾ ਖੇਡੇਗਾ ਸਾਰੇ ਜੱਗ ਤੋਂ ਖੇਡ ਨਿਆਰੀ, ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਜਦ ਧਰਮ ਦੇ ਸੀਨੇ 'ਚ ਠੋਕੀ ਜ਼ਬਰ ਜ਼ੋਰ ਨੇ ਕੀਲੀ, ਕਿਆ ਹੱਸ ਕੇ ਗੋਬਿੰਦ ਨੇ ਬਾਪੂ ਸੀਸ ਵਾਰ ਜਾ ਦਿੱਲੀ। ਕਿਆ ਹੱਸ ਕੇ ਗੋਬਿੰਦ ਨੇ ਬਾਪੂ ਸੀਸ ਵਾਰ ਜਾ ਦਿੱਲੀ। ਉਹ ਪੁੱਤ ਜਿਸ ਦਾ ਖੇਡੇਗਾ ਸਾਰੇ ਜੱਗ ਤੋਂ ਖੇਡ ਨਿਆਰੀ, ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਛੱਡ ਕਿਲਾ ਆਨੰਦਪੁਰ ਦਾ ਪਹੁੰਚੇ ਜਦ ਚਮਕੌਰ 'ਚ ਆ ਕੇ, ਸਭ ਕਲੇ ਨਬੇੜਨ ਲਈ 10 ਲੱਖ ਦੁਸ਼ਮਣ ਪੈ ਗਏ ਤਾਕੇ। ਸਭ ਕਲੇ ਨਬੇੜਨ ਲਈ 10 ਲੱਖ ਦੁਸ਼ਮਣ ਪੈ ਗਏ ਤਾਕੇ। ਜੁੜਵੇਂ ਜਰਨੈਲਾਂ ਨੂੰ ਮਾਰਨ ਗੁਰ ਦੇ ਤੀਰ ਸ਼ਿਕਾਰੀ, ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਅਜੀਤ ਜੁਝਾਰ ਜਦੋਂ ਰਣ ਵਿੱਚ ਹੱਸ ਸ਼ਹੀਦੀ ਪਾ ਗਏ, ਚਮਕੌਰ ਗੜੀ ਛੱਡ ਕੇ ਸਤਗੁਰ ਮਾਛੀ ਵਾੜੇ ਆ ਗਏ। ਚਮਕੌਰ ਗੜੀ ਛੱਡ ਕੇ ਸਤਗੁਰ ਮਾਛੀ ਵਾੜੇ ਆ ਗਏ। ਫਿਰ ਫਿਰ ਕੇ ਚੁਗ ਗਏ ਓ ਜੋ ਵੀ ਕਰਮਾ ਚੋਗ ਖਿਲਾਰੀ, ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਕਲਗੀਧਰ ਪ੍ਰੀਤਮ ਨੂੰ ਮੇਰੀ ਨਮਸਕਾਰ ਲੱਖ ਵਾਰੀ। ਜਿੰਨੇ ਮਰਜੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿਜਦੇ ਕਰ ਲਈਏ, ਉਹ ਸਿਜਦੇ ਕਿਤੇ ਘੱਟ ਨੇ। ਜਿਹੜੀਆਂ ਦੇਣਾ, ਜਿਹੜੀਆਂ ਦਾਤਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਦਿੱਤੀਆਂ ਨੇ, ਸੋ ਆਓ ਜਿੰਨਾ ਕੁ ਸਮਾਂ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ ਸੀ, ਸਮੇਂ ਦੀ ਸਮਾਪਤੀ ਹੈ। ਧੰਨਵਾਦ ਹੈ ਪ੍ਰਬੰਧਕ ਕਮੇਟੀ ਦਾ ਕਿ ਹਰ ਸਾਲ ਨਿਵਾਜਦੇ ਨੇ ਦਾਸਾਂ ਨੂੰ ਥੋੜਾ ਬਹੁਤਾ ਟਾਈਮ ਦੇ ਕੇ। ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰਨ। ਠੀਕ ਹੈ ਜੀ। ਤੋਂ ਹੁਣ ਮੇਨ ਬੇਨਤੀ ਹੈ ਜੀ, ਆਪਾਂ ਦਿਹਾੜੇ ਮਨਾ ਰਹੇ ਹਾਂ ਮਹਾਂਪੁਰਖਾਂ ਦੇ। ਇਹ ਦਿਹਾੜੇ ਮਨਾਏ ਸਫਲ ਹੀ ਨੇ। ਜੇ ਖੁਸ਼ੀ ਲੈਣੀ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ, ਜੇ ਖੁਸ਼ੀ ਲੈਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਜੇ ਖੁਸ਼ੀ ਲੈਣੀ ਹੈ ਮਹਾਂਪੁਰਖਾਂ ਦੀ, ਸੋ ਆਓ ਉਹਨਾਂ ਦੀ ਸੋਚ ਤੇ ਪਹਿਰਾ ਦੇਈਏ। ਜਿਹੜਾ ਜੀਵਨ ਜਿਉਣ ਦੀ ਜਾਚ ਦੱਸੀ ਉੱਤੇ ਪਹਿਰਾ ਦੇਈਏ। ਸੋ ਬੋਲਦਿਆਂ ਵਿਚਾਰ ਕਰਦਿਆਂ ਹੋਇਆਂ ਭੁੱਲਾਂ ਚੁੱਕਾਂ ਦੀ ਖਿਮਾ, ਅਸੀਸ ਬਖਸ਼ਣੀ ਕਿ ਇਸੇ ਤਰ੍ਹਾਂ ਤੁਹਾਡੇ ਚਰਨਾਂ 'ਚ ਹਾਜ਼ਰੀ ਭਰਦੇ ਰਹੀਏ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੇ ਪੱਕੀਆਂ ਨਾ ਹੁੰਦੀਆਂ, ਜੇ ਗੁਰਾਂ ਨੀਹਾਂ ਵਿੱਚ ਚਿਣੇ ਦੁਲਾਰੇ ਨਾ ਹੁੰਦੇ। ਉਹ ਆ ਮੰਦਰ ਸ਼ਿਵਾਲਿਆਂ 'ਚ ਵੱਜ ਦੇਣਾ ਛੈਣੇ, ਜੇ ਵੱਜੇ ਰਣਜੀਤ ਨਗਾਰੇ ਨਾ ਹੁੰਦੇ। ਹਿੰਦੀ ਨਾ ਹੁੰਦੀ, ਹਿੰਦੂ ਨਾ ਹੁੰਦੇ, ਹਿੰਦੁਸਤਾਨੀ ਅੱਜ ਸਾਰੇ ਨਾ ਹੁੰਦੇ। ਉਹ ਭਾਰਤ ਦੇ ਮੁਖੜੇ ਤੇ ਲਾਲੀ ਨਾ ਹੁੰਦੀ, ਜੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਰੇ ਪੁੱਤਰ ਬਾਰੇ ਨਾ ਹੁੰਦੇ।